ਮਰਿਆਦਾ ਪੂਰੀ ਕਰਾਂਗੇ। ਤਖ਼ਤ ਸਾਹਿਬ ਜੀ ਦੀ ਬਾਬਤ ਜਿਹੜੇ ਆ ਭੁਲੇਖੇ ਪਾਏ ਜਾ ਰਹੇ ਆ ਬਹੁਤ ਜ਼ਿਆਦਾ। ਜਿਵੇਂ ਇੱਥੋਂ ਦੀ ਮਰਿਆਦਾ ਨੂੰ ਲੈ ਕਰਕੇ ਕਿ ਇੱਥੇ ਜੀ ਅਖੇ ਸਭ ਤੋਂ ਪਹਿਲਾਂ ਤਾਂ ਬੱਕਰਾ ਵੱਢਿਆ ਜਾਂਦਾ, ਉਹਦੀ ਬਲੀ ਦੀ ਬਾਬਤ ਉਹਨਾਂ ਨੇ ਸ਼ੰਕਾ ਕੀਤਾ ਹੈ। ਅਤੇ ਸੰਗਤਾਂ ਵਿੱਚ ਸਾਧ ਸੰਗਤ ਜੀ ਭਾਵੇਂ ਕਿ ਦਾਸ ਬਾਹਰਲੇ ਦੇਸ਼ਾਂ ਵਿੱਚ ਵਿਚਰਦਾ ਹੈ, ਜਦੋਂ ਤਖ਼ਤ ਸਾਹਿਬ ਤੋਂ ਮੈਂ ਛੁੱਟੀ ਲੈ ਕਰਕੇ ਜਾਵਾਂ ਅਤੇ ਇਹ ਜ਼ਰੂਰੀ ਹੈ ਕਿ ਤਖ਼ਤ ਸਾਹਿਬ ਵੱਲੋਂ ਕੋਈ ਵੀ ਨੁਮਾਇੰਦਾ ਬਾਹਰਲਿਆਂ ਦੇਸ਼ਾਂ ਵਿੱਚ ਨਹੀਂ ਕਦੇ ਪਹਿਲਾਂ ਵਿਚਰਿਆ, ਜਿਸ ਕਰਕੇ ਕਈ ਸ਼ਰਾਰਤੀ ਅਨਸਰ ਜਿਹੜੇ ਹੈ ਉਹਨਾਂ ਨੂੰ ਬਹੁਤ ਇਸ ਗੱਲ ਦਾ ਮੌਕਾ ਮਿਲਿਆ ਕਿ ਤਖ਼ਤ ਸਾਹਿਬ ਦਾ ਜਿਹੜਾ ਨਾ ਗਲਤ ਢੰਗ ਨਾਲ ਸੰਗਤਾਂ ਵਿੱਚ ਪ੍ਰਚਾਰ ਜਿਹੜਾ ਉਹ ਕੀਤਾ ਜਾਵੇ। ਬੋਰਡ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਕੋਈ ਜਿਹੜੇ ਹੈ ਨੁਮਾਇੰਦੇ ਵਜੋਂ ਜਿਵੇਂ ਹੋਰ ਅਸਥਾਨਾਂ ਤੋਂ ਸਿੱਖ ਸੰਗਤਾਂ ਵਿੱਚ ਜਿਹੜਾ ਹੈ ਉਹ ਸਾਧ ਸੰਗਤ ਜੀ ਪ੍ਰਚਾਰ ਹੁੰਦਾ ਹੈ, ਗੁਰਸਿੱਖ ਵਿਦਵਾਨ ਵਿਚਰਦੇ ਹੈ, ਇਉਂ ਤਖ਼ਤ ਸਾਹਿਬ ਵੱਲੋਂ ਵੀ ਜ਼ਰੂਰ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ। ਅਤੇ ਫਿਰ ਉਹਨਾਂ ਦਾ ਸ਼ੰਕਾ ਹੈ ਕਿ ਤਿਲਕ ਕਿਉਂ ਲਾਇਆ ਜਾਂਦਾ ਹੈ, ਅਤੇ ਉਹ ਇਹ ਜਿਹੜੀ ਹੈ ਸ਼ੰਕਾ ਪ੍ਰਗਟ ਕਰਦੇ ਹੈ, ਸਿੱਖ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਹੈ। ਕਹਿੰਦੇ ਜੀ ਜਿਹੜੇ ਹੈ ਟੱਲ ਉਹ ਕਿੱਥੇ ਵੱਜਦੇ ਆ, ਅਖੇ ਜੀ ਮੰਦਰਾਂ 'ਚ, ਅਤੇ ਫਿਰ ਹਜ਼ੂਰ ਸਾਹਿਬ ਟੱਲੀਆਂ ਵੱਜਦੀਆਂ ਅਤੇ ਕਿਹਨਾਂ ਨਾਲ ਮਰਿਆਦਾ ਰਲਦੀ ਹੈ, ਅਖੇ ਜੀ ਮੰਦਰਾਂ ਨਾਲ। ਫਿਰ ਤਿਲਕ ਕਿੱਥੇ ਲਾਏ ਜਾਂਦੇ ਆ, ਅਖੇ ਜੀ ਮੰਦਰਾਂ 'ਚ ਲਾਏ ਜਾਂਦੇ ਆ। ਅਤੇ ਫਿਰ ਹਜ਼ੂਰ ਸਾਹਿਬ ਤਿਲਕ ਲਾਇਆ ਜਾਂਦਾ ਹੈ ਅਤੇ ਕਿਹਨਾਂ ਨਾਲ ਰਲਦੀ ਮਰਿਆਦਾ, ਆਪੇ ਹੀ ਪ੍ਰਸ਼ਨ ਅਤੇ ਆਪੇ ਹੀ ਉੱਤਰ, ਅਤੇ ਅਖੇ ਜੀ ਮੰਦਰਾਂ ਨਾਲ ਰਲਦੀ ਹੈ। ਅਤੇ ਫਿਰ ਮੰਦਰਾਂ 'ਚ ਬਲੀਆਂ ਦਿੱਤੀਆਂ ਜਾਂਦੀਆਂ ਅਤੇ ਤਖ਼ਤ ਸਾਹਿਬ 'ਤੇ ਵੀ ਬਲੀ ਦਿੱਤੀ ਜਾਂਦੀ ਹੈ ਅਤੇ ਕਿਹਨਾਂ ਨਾਲ ਰਲਦੀ ਮਰਿਆਦਾ, ਅਖੇ ਜੀ ਮੰਦਰਾਂ ਨਾਲ ਰਲਦੀ। ਤੋ ਸਾਧ ਸੰਗਤ ਜੀ ਇਹਦੇ ਸੰਬੰਧ ਵਿੱਚ ਮੈਂ ਅੱਜ ਜਿਹੜੇ ਆ ਉਹ ਉੱਤਰ ਦੇਣ ਦਾ ਯਤਨ ਕਰਾਂਗਾ। ਪਹਿਲਾਂ ਤਾਂ ਬੇਨਤੀ ਹੈ ਕਿ ਆਪਣੇ ਜਿਹੜੇ ਸਿਰਮੌਰ ਵਿਦਵਾਨ ਹੋਏ ਹੈ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ, ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਕੇਵਲ ਸੁਣ ਕੇ ਹੀ ਅਸਰ ਕਰ ਲੈਣਾ ਨਾ, ਉਹ ਫਿਰ ਸਿੱਖ ਨਹੀਂ ਹੁੰਦੇ, ਕੱਚੇ ਹੁੰਦੇ ਆ, ਉਹ ਡੋਲ ਜਾਂਦੇ। ਜ਼ਰੂਰ ਜਿਹੜੀ ਕੋਈ ਵੀ ਤੁਹਾਡੀ ਪਿਛੋਕੜ ਵਾਲੀ ਚੀਜ਼ ਆ ਉਹਦੀ ਖੋਜ ਕਰੋ, ਉਹਨੂੰ ਵੇਖੋ ਕਿ ਕਿਵੇਂ ਸਾਡੇ ਅੰਦਰ ਪ੍ਰਵਿਰਤ ਹੋਈ ਹੈ। ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਹੋਏ ਹੈ, ਉਹਨਾਂ ਨੇ ਸਾਧ ਸੰਗਤ ਜੀ ਇੱਕ ਗ੍ਰੰਥ ਲਿਖਿਆ ਹੈ ਜਿਸ ਦਾ ਨਾਮ ਹਜ਼ੂਰੀ ਸਾਖੀ ਹੈ, ਅਤੇ ਉਹ ਗ੍ਰੰਥ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ। ਉਹਦੇ ਵਿੱਚ ਹਵਾਲੇ ਦੇ ਕਰਕੇ, ਨਾਲੇ ਜਿਹੜੇ ਆਪ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦੇ, ਅਤੇ ਉਹ ਕੰਪੇਅਰ ਕਰਕੇ ਸੰਗਤ ਨੂੰ ਕੀ ਦੱਸਣਗੇ ਵੀ ਹਜ਼ੂਰ ਸਾਹਿਬ 'ਚ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਕੀ ਫਰਕ ਹੈ। ਜਿਹੜੇ ਤੁਸੀਂ ਜਾਂ ਤਾਂ ਅਕਾਲ ਤਖ਼ਤ ਸਾਹਿਬ ਨੂੰ ਮੰਨ ਲਓ, ਸ੍ਰੀ ਹਰਿਮੰਦਰ ਸਾਹਿਬ ਦਾ ਹੀ ਮੰਨ ਲਓ, ਸਭ ਥਾਵਾਂ ਤੋਂ ਤੇ ਆਕੀ ਹੈ, ਅਤੇ ਤੁਸੀਂ ਭਾਈ ਸਾਨੂੰ ਕੰਪੇਅਰ ਕਰਕੇ ਕੀ ਦੱਸਣਾ ਹੈ। ਅਕਾਲੀ ਕੌਰ ਸਿੰਘ ਜੀ ਨੇ ਹਜ਼ੂਰੀ ਸਾਖੀ ਦੇ ਅੰਦਰ ਇਹ ਲਿਖਿਆ ਹੋਇਆ ਹੈ ਕਿ ਜੋ ਮਰਿਆਦਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚੱਲਦੀ ਹੈ, ਬਿਲਕੁਲ ਇਹੀ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਚੱਲਦੀ ਹੁੰਦੀ ਸੀਗੀ। ਜੇ ਆਪ ਜੀ ਨੂੰ, ਕਿਉਂਕਿ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਸੁਣਦੀਆਂ, ਮੈਂ ਹਵਾਲੇ ਦਿਆਂਗਾ, ਨਿਰਣਾ ਭਾਈ ਤੁਸੀਂ ਆਪ ਕਰ ਲਿਓ। ਅਕਾਲੀ ਕੌਰ ਸਿੰਘ ਜੀ ਨੇ ਇਹ ਸਾਰਾ ਜ਼ਿਕਰ ਕੀਤਾ ਹੈ। ਜਦੋਂ ਸਿੰਘ ਸਭਾ ਲਹਿਰ ਦਾ ਸਾਧ ਸੰਗਤ ਜੀ ਚੱਲਣਾ, ਉਹਦੇ ਨਾਲ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ, ਭਾਵੇਂ ਕਿ ਸ਼ਹੀਦਾਂ ਨੇ ਆਪ ਦੀ ਸ਼ਹਾਦਤ ਦਿੱਤੀ, ਪਰ ਉਹਦੇ ਨਾਲ ਨੁਕਸਾਨ ਜੋ ਹੋਇਆ ਇਹ ਮੇਰੇ ਕਹੇ ਬੋਲ ਨਹੀਂ ਜੋ ਹੁਣ ਮੈਂ ਕਹਿਣ ਲੱਗਾ, ਕਿਉਂਕਿ ਪੰਥ ਦੇ ਵਿਦਵਾਨ ਉਹਨਾਂ ਦੀ ਗੱਲ ਵੀ ਆਪਾਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ। ਗਿਆਨੀ ਸੰਤ ਸਿੰਘ ਜੀ ਮਸ਼ਕੀਨ ਪੰਥ ਦੇ ਵਿਦਵਾਨ ਹੋਏ ਹੈ, ਬੜੇ ਸਤਿਕਾਰਯੋਗ ਹੋਏ ਹੈ। ਉਹਨਾਂ ਨੇ ਆਪਣੀ ਕਥਾ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਠੀਕ ਉਦਾਸੀ ਭ੍ਰਸ਼ਟ ਸਨ, ਪਰ ਕਿੰਨੇ 2%। ਅੰਗਰੇਜ਼ ਨੇ ਉਹਨਾਂ ਨੂੰ ਭ੍ਰਸ਼ਟ ਕੀਤਾ ਸੀ, ਉਹਨਾਂ ਗੁੰਡੇ ਪਾਲੇ ਸੀ, ਅਤੇ ਗੁਰਦੁਆਰੇ ਸਾਹਿਬਾਂ ਦੀ ਮਾਣ ਮਰਿਆਦਾ ਨੂੰ ਉਹਨਾਂ ਨੇ ਦਾਗੀ ਕੀਤਾ ਸੀ। ਉਹਨਾਂ ਉਦਾਸੀ ਮਹੰਤਾਂ ਦੀ
ਇਹ ਜਿਵੇਂ ਨਨਕਾਣਾ ਸਾਹਿਬ ਦਾ ਸਾਕਾ, ਤਰਨਤਾਰਨ ਸਾਹਿਬ ਦਾ ਸਾਕਾ, ਇਹ ਸਿੰਘ ਸਭਾ ਲਹਿਰ ਚੱਲੀ ਸੀ। ਤੇ ਸਿੰਘ ਸਭਾ ਲਹਿਰ ਦੇ ਚੱਲਣੇ ਕਰਕੇ ਫਿਰ ਉਦਾਸੀਆਂ ਕੋਲੋਂ ਸਾਰੇ ਅਸਥਾਨਾਂ ਦਾ ਸੇਵਾ ਸੰਭਾਲ ਖੁੱਸ ਗਈ ਸੀ। ਇਸ ਅਸਥਾਨ ਤੇ ਵੀ ਥੋੜ੍ਹਾ ਚਿਰ ਨਿਰਮਲ ਸੰਪਰਦਾ ਦੇ ਮਹਾਂਪੁਰਖਾਂ ਸੇਵਾ ਕੀਤੀ ਹੈ। ਬੁੱਢੇ ਦਲ ਦੇ ਜਿਹੜੇ ਆ ਦਲ ਵਿੱਚੋਂ ਹੀ ਜਿਹੜੇ ਸਾਧ ਸੰਗਤ ਜੀ ਸਿੰਘ ਜਥੇਦਾਰ ਥਾਪੇ ਜਾਂਦੇ ਰਹੇ ਆ। ਤੋ ਜਿਸ ਸਮੇਂ ਉਹਨਾਂ ਨੇ ਇਹ ਜ਼ਿਕਰ ਕੀਤਾ, ਕਹਿੰਦੇ ਉਦਾਸੀ ਭ੍ਰਸ਼ਟ ਸਨ 2%, ਤੇ ਉਹਨਾਂ ਨੇ ਆਪਣੇ ਸਮੇਂ ਦਾ ਕਿਹਾ ਕਿ ਅੱਜ ਕਿੰਨੇ ਭ੍ਰਸ਼ਟ ਵਾ ਤੇ ਗੁਰਦੁਆਰੇ ਸਾਹਿਬਾਂ ਦੇ ਪ੍ਰਬੰਧਕੀ ਢਾਂਚੇ ਦਾ ਕੀ ਹਾਲ ਵਾ। ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਗੁਰੂ ਘਰ ਦੀ ਮਾਣ ਮਰਿਆਦਾ ਨੂੰ ਕਿਵੇਂ ਤੋੜਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸ੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਇੱਥੋਂ ਤੱਕ ਹਵਾਲਾ ਦੇਣ ਵਾਲਿਆਂ ਨੇ ਅਕਾਲੀ ਕੌਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਸ਼ੇਰੇ ਪੰਜਾਬ ਜੀ ਦੇ ਵਕਤ ਸਿਰ ਸ਼੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਜਿਹੜੇ ਅੱਜ ਇਹ ਕਹਿੰਦੇ ਹੈ ਕਿ ਤਖਤ ਹਜੂਰ ਸਾਹਿਬ ਇੱਕ ਮੰਦਿਰ ਦੱਸਣਾ ਚਾਹੁੰਦੇ ਹੈ, ਗਿਆਨੀ ਸੰਤ ਸਿੰਘ ਜੀ ਮਸ਼ਕੀਨ ਨੇ ਕਿਹਾ, ਅਗਰ ਜੇ ਸਿੰਘ ਸਭਾ ਇਹ ਲਹਿਰ ਨਾ ਚੱਲਦੀ ਜਾਂ ਅੰਬੇਦਕਰ ਨੂੰ ਜਿਹੜਾ ਹੈ ਉਹਨਾਂ ਨੇ ਆਪਣੇ ਨਾਲ ਰਲਾਇਆ ਹੁੰਦਾ, ਗਾਂਧੀ ਹੁਣੀ ਜੇ ਇਸ ਗੱਲ ਦਾ ਵਿਰੋਧ ਨਾ ਕਰਦੇ, ਤੇ ਅੱਜ ਕਹਿੰਦੇ ਹਿੰਦੁਸਤਾਨ ਦੇ 80% ਦੀ ਮੰਦਿਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ। ਕਿਉਂਕਿ ਬਹੁਤ ਸਾਰੇ ਮੰਦਿਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪਹਿਲਾਂ। ਸਾਧ ਸੰਗਤ ਜੀ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਹੁੰਦਾ, ਸਤਿਗੁਰਾਂ ਜੀ ਤੋਂ ਰਹਿਨੁਮਾਈ ਲੈਂਦੇ, ਬਾਣੀ ਨਾਲ ਜੁੜਨਾ ਸੀ ਨਾ। ਹੌਲੀ ਹੌਲੀ ਕੀ ਹੈ, ਗੁਰਬਾਣੀ ਦੇ ਬੋਧ ਵਿੱਚ ਪਤਾ ਚੱਲਦਾ ਜਾਂਦਾ ਸੀ। ਭਾਵੇਂ ਕਿ ਬਹੁਤ ਥੋੜ੍ਹੇ ਲੋਕ ਸੀ ਜਿਹੜੇ ਸਤਿਗੁਰਾਂ ਜੀ ਤੋਂ ਪਹਿਲਾਂ ਤਾਂ ਇਹੀ ਸੀਗਾ ਪੱਥਰਾਂ ਨੂੰ ਮੰਨਣਾ ਜਾਂ ਕਿਸੇ ਪ੍ਰਕਾਰ ਦੇਵੀ ਦੇਵਤਿਆਂ ਨੂੰ ਪੂਜਣਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਹਾਈ ਫੇਰੀ ਸੀ ਇਸ ਭਾਰਤ ਵਰਸ਼ ਦੇ ਅੰਦਰ, ਤੇ ਬਹੁਤਾਤ ਲੋਕ ਸ਼ਬਦ ਨਾਲ ਜੁੜੇ ਸੀ। ਮੰਦਿਰਾਂ ਵਿੱਚ ਅਸੀਂ ਸਾਡਾ ਆਪਣਾ ਅਕੀਦਾ ਹੈ। ਮਹਾਰਾਜ ਜਿਹੜਾ ਸਿੱਖ ਧਰਮ ਹੈ ਨਾ, ਖਾਲਸਾ ਧਰਮ, ਇਹ ਪਿਆਰ ਦਾ ਧਰਮ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਆਗਿਆ ਕੀਤੀ, ਜਿੱਥੇ ਆਪਾਂ ਆਪਣੇ ਗੁਰੂ ਅਸਥਾਨਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਮੰਦਿਰਾਂ ਦਾ ਵੀ ਸਤਿਕਾਰ ਕਰਦੇ ਹਾਂ। ਕਿਉਂਕਿ ਤਖਤ ਸਾਹਿਬ ਤੋਂ ਇਹ ਹੁੰਦੀ ਕਥਾ, ਬਹੁਤ ਸਾਰੇ ਹਿੰਦੂ ਵੀਰ, ਹਿੰਦੂ ਪਰਿਵਾਰ ਜਿਹੜੇ ਆ ਉਹ ਇਸ ਕਥਾ ਨੂੰ ਸੁਣਦੇ ਆ, ਤੇ ਬੜੀਆਂ ਹਿੰਦੂ ਫੈਮਲੀਆਂ ਤਖਤ ਸਾਹਿਬ ਨਾਲ ਜੁੜੀਆਂ ਹੋਈਆਂ ਨੇ। ਤੇ ਇਹ ਲੋਕ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਜੀ, ਸਿੱਖ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ ਜਾਂ ਇਹਨਾਂ ਦਾ ਮੰਦਿਰਾਂ ਨਾਲ ਕੋਈ ਵਿਰੋਧ ਹੈ। ਜੇ ਵਿਰੋਧ ਹੁੰਦਾ, ਮੈਂ ਕਈ ਮਿਸਾਲਾਂ ਦੇ ਸਕਦਾ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਵਿਸ਼ਵਨਾਥ ਦੇ ਮੰਦਿਰ ਦੇ ਉੱਤੇ ਸੋਨਾ ਲਵਾਇਆ। ਜੇ ਹਰਿਮੰਦਰ ਸਾਹਿਬ ਸੋਨਾ ਲਾਇਆ ਨਾ, ਖਾਲਸਾ ਰਾਜ ਦੇ ਵਕਤ ਮੰਦਿਰਾਂ ਦੇ ਉੱਤੇ ਵੀ ਸੋਨਾ ਲਾਇਆ। ਨਰੰਗੇ ਦੇ ਘੇਰੇ ਹੋਏ ਮੰਦਿਰ ਜਿਹੜੇ ਸੀਗੇ ਸ਼ੇਰੇ ਪੰਜਾਬ ਜੀ ਨੇ ਬਣਵਾਏ। ਫਿਰ ਜਿਹੜੇ ਸ਼ਬਦ ਦੀ ਅੱਜ ਕਥਾ ਆਰੰਭ ਹੋਣੀ ਹੈ ਨਾ, ਅਚਲ ਸਾਹਿਬ ਇਹ ਉਥਾਨ ਕਾ ਹੋਣੀ ਹੈ, ਤੇ ਅੱਜ ਤਾਂ ਆਖਰੀ ਅਰਥ ਹੀ ਕਰਾਂਗੇ। ਉਹ ਅਚਲ ਸਾਹਿਬ ਜਿਹੜਾ ਮੰਦਿਰ ਸ਼ਿਵਾਂ ਦਾ ਬਣਿਆ ਹੋਇਆ, ਉਹ ਵੀ ਸ਼ੇਰੇ ਪੰਜਾਬ ਜੀ ਨੇ ਬਣਵਾਇਆ। ਪਹਿਲਾਂ ਉੱਥੇ ਮੰਦਿਰ ਨਹੀਂ ਸੀਗਾ ਹੁੰਦਾ, ਤੋ ਛੋਟਾ ਸੀਗਾ ਬਹੁਤ। ਸਤਿਗੁਰਾਂ ਜੀ ਦਾ ਪਾਵਨ ਅਸਥਾਨ ਵੀ ਇੱਕ ਸਾਧ ਸੰਗਤ ਜੀ ਪਾਸੇ ਬਣਿਆ ਹੋਇਆ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੱਧ ਤੋਂ ਵੱਧ ਕਹਿੰਦੇ ਜੀ ਹਿੰਦੂਆਂ ਦੇ ਬੜੇ ਵਿਰੋਧੀ ਸੀ, ਮਹਾਂਪੁਰਖਾਂ ਦੀ ਆਪਣੀ ਰਸਨਾ ਤੋਂ ਹੈ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਤੇ ਬਾਬਾ ਥਾਰਾ ਸਿੰਘ ਜੀ ਨੂੰ ਜਦੋਂ ਗੁਰਦਾਸਪੁਰ ਜੇਲ੍ਹ ਦੇ ਅੰਦਰ ਡੱਕਿਆ ਗਿਆ ਹਕੂਮਤ ਵੱਲੋਂ, ਉੱਥੇ ਗੁਰਦੁਆਰੇ ਸਾਹਿਬ ਜੀ ਦੀ ਇਮਾਰਤ ਜਿਹੜੀ ਸੀ ਉਹ ਇੰਨੀ ਵਧੀਆ ਨਾ ਹੋਣ ਕਰਕੇ, ਤੇ ਜਦੋਂ ਇਹ ਦੋਵੇਂ ਹੀ ਸਿਰ ਕੱਢਵੇਂ ਯੋਧੇ ਸੀਗੇ ਪੰਥ ਦੇ ਅੰਦਰ, ਜਥੇਬੰਦੀ ਦੇ ਅੰਦਰ, ਜਿੰਨਾ ਇਹਨਾਂ ਦਾ ਮਾਣ ਸੀ ਇਹਨਾਂ ਦੇ ਜਾਣੇ ਕਰਕੇ, ਉੱਥੇ ਲਹਿਰਾਂ ਬਹਿਰਾਂ ਲੱਗ ਗਈਆਂ। ਤੇ ਸਿੰਘਾਂ ਜਿਹੜਾ ਅੰਦਰ ਕਿਹਾ, ਮਹਾਰਾਜ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਓ। ਤੇ ਬਾਬਾ ਥਾਰਾ ਸਿੰਘ ਸਾਹਿਬ ਜੀ ਨੇ ਫਿਰ ਗੁਰਦੁਆਰੇ ਸਾਹਿਬ ਦੀ ਸੇਵਾ ਕਰਵਾਈ, ਉੱਥੇ ਵੱਡੀ ਸੋਹਣੀ ਇਮਾਰਤ ਬਣਾਈ। ਤੇ ਜਿਹੜੇ ਉੱਥੇ ਸਾਧ ਸੰਗਤ ਜੀ ਕੁਝ ਹਿੰਦੂ ਵੀਰ ਸੀਗੇ, ਉਹ ਕਹਿਣ ਲੱਗੇ, ਬਾਬਾ ਜੀ ਤੁਸੀਂ ਆ ਗੁਰਦੁਆਰੇ ਸਾਹਿਬ ਬਣਾਤਾ, ਮਹਾਰਾਜ ਸਾਡੇ ਵਾਸਤੇ ਇੱਥੇ ਮੰਦਿਰ ਵੀ ਬਣਾ ਦਿਓ, ਅਸੀਂ ਵੀ ਆਪਣੀਆਂ ਪੂਜਾ ਪਾਠ ਕਰ ਲਿਆ ਕਰਾਂਗੇ। ਤੇ ਜੇ ਉਹਨਾਂ ਦੇ ਮਨ ਵਿੱਚ ਕੋਈ ਵੈਰ ਹੁੰਦਾ ਤੇ ਉਹ ਕਿਉਂ ਮੰਦਿਰ ਬਣਾ ਕੇ ਦਿੰਦੇ? ਉੱਥੇ ਉਹਨਾਂ ਨੇ
ਹਿੰਦੂ ਵੀਰਾਂ ਦੇ ਪੂਜਾ ਕਰਨ ਲਈ ਸੋਹਣਾ ਮੰਦਿਰ ਵੀ ਸਾਧ ਸੰਗਤ ਜੀ ਬਣਾਇਆ। ਜਿਹੜੇ ਇਹ ਕੋਈ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਨਾ, ਮੈਂ ਬੇਨਤੀ ਕਰਦੇ ਹਾਂ, ਜਿਹੜਾ ਰਾਜਨੀਤਿਕ ਹੁੰਦਾ ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਮੁਸਲਮਾਨ ਹੈ। ਉਹਨੂੰ ਆਪਣੀ ਕੁਰਸੀ ਕਾਇਮ ਰੱਖਣ ਨਾਲ ਮਤਲਬ ਹੁੰਦਾ ਹੈ। ਤੇ ਉਹ ਫਿਰ ਇਹ ਅਫਸੋਸ ਹੈ ਅੱਜ ਕਿ ਹਿੰਦੁਸਤਾਨ ਦੇ ਅੰਦਰ ਧਰਮ ਦੇ ਨਾਂ ਤੇ ਵੋਟਾਂ ਪੈਂਦੀਆਂ ਨੇ, ਧਰਮ ਦੇ ਨਾਂ ਤੇ ਭੜਕਾ ਕੇ ਰਾਜ ਗੱਦੀ ਕਾਇਮ ਰੱਖਦੇ ਹੈ। ਤੇ ਜਿਹੜੇ ਸਿਆਣੇ ਕੋਈ ਹਨ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਮੁਸਲਮਾਨ ਹੈ, ਉਹ ਇਸ ਦੇਸ਼ ਦੇ ਭਵਿੱਖ ਵਾਸਤੇ ਬਹੁਤ ਚਿੰਤਤ ਨੇ ਕਿ ਇਹ ਦੇਸ਼ ਦਾ ਹਾਲ ਕੀ ਹੋਊਗਾ, ਕਿਉਂਕਿ ਹੁਣ ਫਿਰਕਾ ਪ੍ਰਸਤੀ ਦਾ ਨਾਚ ਇਸ ਦੇਸ਼ ਦੇ ਅੰਦਰ ਹੋ ਰਿਹਾ ਹੈ। ਤੇ ਕਰਦੇ ਉਹ ਆਪ ਹੈ ਤੇ ਸਾਬਤ ਸਿੱਖਾਂ ਨੂੰ ਕਰਨਾ ਚਾਹੁੰਦੇ ਹੈ ਕਿ ਸਿੱਖ ਫਿਰਕਾ ਪ੍ਰਸਤੀ ਦਾ ਜਿਹੜਾ ਬੀਜ ਬੀਜਦੇ ਹੈ। ਸਿੱਖ ਤਾਂ ਸਦਾ ਏਕਤਾ ਦਾ ਹੀ ਬੀਜ ਬੀਜਦੇ ਰਹੇ ਹੈ। ਤੋ ਸਾਧ ਸੰਗਤ ਜੀ, ਇਹ ਭੁਲੇਖੇ ਪਾਏ ਜਾਂਦੇ ਹੈ ਜਦੋਂ ਕਿ ਤਖ਼ਤ ਸਾਹਿਬ ਦੇ ਉੱਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਸਭ ਕੁਝ ਗੁਰਮਤਿ ਰਹਿਤ ਮਰਿਆਦਾ ਦੇ ਅਨੁਸਾਰ ਚੱਲਦਾ ਹੈ। ਅਕਾਲੀ ਕੌਰ ਸਿੰਘ ਜੀ ਦਾ ਇਹ ਲਿਖਣਾ ਕਿ ਸਾਰਾ ਕੁਝ ਸਿੰਘ ਸਭਾ ਲਹਿਰ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸੇਮ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਰਗੂ ਹੁੰਦਾ ਸੀਗਾ। ਤੇ ਇੱਕ ਸਿੱਖ ਪੰਥ ਦੇ ਮਹਾਨ ਵਿਦਵਾਨ ਸਾਖੀ ਸ੍ਰੀ ਰਹਿਤ ਮਰਿਆਦਾ ਜੀ ਕੀ ਭਾਈ ਗੁਰਚਰਨਜੀਤ ਸਿੰਘ ਜੀ ਲਾਂਬਾ ਅਮਰੀਕਾ ਤੋਂ, ਉਹਨਾਂ ਨੇ ਇਹ ਕਿਤਾਬ ਲਿਖੀ ਹੈ, ਅਜੇ ਛਪਣੀ ਹੈ। ਤੇ ਉਸ ਕਿਤਾਬ ਦੇ ਮੁੱਢ ਵਿੱਚ ਸਿੰਘ ਸਾਹਿਬ ਜੀ ਤੋਂ ਅਸੀਸ ਲੈਣ ਵਾਸਤੇ ਉਹਨਾਂ ਨੇ ਜਿਹੜਾ ਬੇਨਤੀ ਕੀਤੀ, ਤੇ ਉਹ ਕਿਤਾਬ ਜਿਹੜੀ ਆ ਉਹਨਾਂ ਮੇਲ ਕੀਤੀ, ਪਰ ਤਖ਼ਤ ਸਾਹਿਬ ਤੇ ਅਜੇ ਤੱਕ ਆ ਨਹੀਂ ਸਕੀ ਕਿਉਂਕਿ ਸਭ ਕੁਝ ਬੰਦ ਹੋ ਗਿਆ। ਉਹਨਾਂ ਨੇ ਜ਼ਿਕਰ ਕੀਤਾ ਉਸ ਦੇ ਅੰਦਰ, ਮੈਂ ਪੜ੍ਹੀ ਨਹੀਂ ਆਪ, ਪਰ ਜਦੋਂ ਆਵੇਗੀ ਫਿਰ ਪੂਰਨ ਤੌਰ ਤੇ ਮੈਂ ਕਹਿ ਸਕਾਂਗਾ। ਪਰ ਮੈਨੂੰ ਉਹਨਾਂ ਜਿੰਨਾ ਕੁ ਦੱਸਿਆ, ਕਹਿੰਦੇ ਸਾਰੇ ਪੰਥ ਦੀ ਮਰਿਆਦਾ ਇੱਕ, ਕੋਈ ਦੂਸਰੀ ਮਰਿਆਦਾ ਕਿਤੇ ਵੀ ਨਹੀਂ। ਤੇ ਮੁੱਢਲੇ ਰੂਪ ਵਿੱਚ ਸਾਧ ਸੰਗਤ ਜੀ ਅੱਜ ਵੀ ਪੰਥ ਦੀ ਮਰਿਆਦਾ ਇੱਕ ਹੀ ਹੈ। ਇਹ ਜਿਹੜੇ ਫਿਰਕਾ ਪ੍ਰਸਤ ਲੋਕ ਹੈ ਨਾ, ਉਹ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਹੈ। ਉਹਦੇ ਵਾਸਤੇ ਦੇਖੋ, ਜਿਹੜੇ ਟੱਲ ਹਨ ਨਾ, ਇੱਕ ਤਾਂ ਮੰਦਿਰ ਵਿੱਚ ਟੱਲ ਉੱਪਰ ਵੱਜਿਆ ਹੁੰਦਾ ਹੈ, ਇੱਥੇ ਕੋਈ ਉੱਪਰ ਟੱਲ ਨਹੀਂ ਵੱਜਿਆ ਹੋਇਆ। ਤੇ ਜੇ ਮੰਦਿਰ ਵਿੱਚ ਉਵੇਂ ਟੱਲੀਆਂ ਵਜਾਉਂਦੇ ਆ ਜ਼ਰੂਰ, ਪਰ ਇੱਥੇ ਜਿਹੜਾ ਸਾਧ ਸੰਗਤ ਜੀ ਜੇ ਵਜਾਇਆ ਜਾਂਦਾ ਹੈ, ਪਹਿਲੋਂ ਮੈਂ ਬੇਨਤੀ ਕਰਦੇ ਹਾਂ ਕਿ ਇੱਥੇ ਸ੍ਰੀ ਦਸਮ ਬਾਣੀ ਨੂੰ ਗੁਰੂ ਕੀ ਬਾਣੀ ਸਮਝਿਆ ਜਾਂਦਾ ਹੈ। ਜਿਹੜੇ ਸਮਝਦੇ ਨਾ ਕਿ ਦਸਮ ਬਾਣੀ ਮਹਾਰਾਜ ਦੀ ਬਾਣੀ ਨਹੀਂ, ਇੱਥੇ ਵੇਖੋ ਕਦੇ ਪਸੌੜੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਦਸਮ ਗ੍ਰੰਥ ਜੀ ਦਾ ਸਰੂਪ ਥੱਲੇ ਸਿੱਟ ਦਿੱਤਾ ਸੀਗਾ। ਮਾਫ ਕਰਨਾ, ਮੈਂ ਵਧਾ ਚੜਾ ਕੇ ਨਹੀਂ ਕਹਿ ਰਿਹਾ, ਸਭ ਕੁਝ ਲਿਖਤ ਵਿੱਚ ਹੈ। ਤੇ ਕਿਸੇ ਦੀ ਜੁਰਤ ਹੈ ਇਸ ਤਖਤ ਤੇ ਆ ਕੇ ਸ੍ਰੀ ਦਸਮ ਮਹਾਰਾਜ ਦੀ ਬਾਣੀ ਦੀ ਬੇਅਦਬੀ ਕਰ ਜਾਵੇ, ਉੱਥੇ ਕਰਾ ਲਈ। ਦਸਮ ਦੀ ਬਾਣੀ ਨੂੰ ਸਤਿਗੁਰਾਂ ਜੀ ਦੀ ਬਾਣੀ ਮੰਨਿਆ ਜਾਂਦਾ ਹੈ। ਤੇ ਇਸ ਕਰਕੇ ਜਿੱਥੇ ਫਿਰ ਮਹਾਰਾਜ ਜੀ ਨੇ ਕਿਹਾ ਨਾ, ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ, ਇੱਥੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਂਦੀ ਹੈ ਤੇ ਸੰਖਾਂ ਦਾ ਨਾਦ ਵੀ ਪੂਰਿਆ ਜਾਂਦਾ। ਫਿਰ ਕੱਲ ਨੂੰ ਕਹਿਣਗੇ ਜੀ ਉਹ ਸੰਖ ਦਾ ਨਾਦ ਮੰਦਿਰ 'ਚ ਵੀ ਪੂਰਦੇ ਆ। ਤੇ ਜੇ ਕੋਈ ਮੰਦਿਰ 'ਚ ਚੀਜ਼ ਕਰਦੇ ਹੈ ਤੇ ਕੋਈ ਚੰਗੀ ਚੀਜ਼ ਜਿਹੜੀ ਸਤਿਗੁਰਾਂ ਸਾਨੂੰ ਦਿੱਤੀ ਹੈ, ਤੇ ਉਹ ਇਹ ਜਾਣ ਕੇ ਤਿਆਗ ਦਿਓ, ਨਹੀਂ ਜੀ ਨਾਰੀਅਲ ਤਾਂ ਬਾਹਮਣ ਰੱਖਦੇ ਹੁੰਦੇ ਆ। ਫਿਰ ਸਭ ਤੋਂ ਪਹਿਲਾਂ ਬਾਹਮਣਵਾਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੀਤਾ ਹੋਵੇਗਾ ਜਦੋਂ ਗੁਰਿਆਈ ਤਖਤ ਬਖਸ਼ਿਆ ਹੋਵੇਗਾ। ਫਰੀਮਾਉਂਟ ਅਮਰੀਕਾ ਵਿਖੇ ਮੈਂ ਕਥਾ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਦੀ ਕਥਾ ਤੋਂ ਬਾਅਦ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੂੰ ਗੁਰਿਆਈ ਤਿਲਕ ਹੋਇਆ ਤੇ ਉਹ ਪ੍ਰਸੰਗ ਆਇਆ। ਮੈਨੂੰ ਕੁਝ ਜਿਹੜੇ ਬਜ਼ੁਰਗ ਸੀ ਕਹਿਣ ਲੱਗੇ ਕਿ ਆਹ ਤਿਲਕ ਕਿਉਂ ਤੁਸੀਂ ਕਥਾ ਕੀਤੀ ਹੈ। ਮੈਂ ਕਿਹਾ ਮੈਂ ਥੋੜ੍ਹਾ ਲਿਖਿਆ, ਮੈਂ ਤਾਂ ਕਥਾ ਕੀਤੀ ਹੈ। ਕਹਿਣ ਲੱਗੇ ਨਹੀਂ ਜੀ ਇਹ ਹੁੰਦਾ ਨਹੀਂ। ਮੈਂ ਕਿਹਾ ਵੀ ਤੁਸੀਂ ਕਿੱਥੋਂ ਪੜ੍ਹ ਲਿਆ ਜਾਂ ਕਿੱਥੋਂ ਸੁਣ ਲਿਆ ਕਿ ਹੁੰਦਾ ਨਹੀਂ, ਕਿ ਜਾਂ ਆਪਣੇ ਮਨ ਦੀ ਮਨੌਤ ਹੀ ਤੁਸੀਂ ਸਮਝੀ ਹੋਈ ਹੈ। ਤੋ ਇਸ ਪ੍ਰਕਾਰ ਜਿਹੜੇ ਢੀਠ ਮਨ ਕਰਕੇ ਸਾਧ ਸੰਗਤ ਜੀ ਆਪਣੀ ਮਨ ਦੀ ਮਨੌਤ ਕਰਦੇ ਹੈ, ਇਹ ਉਹਨਾਂ ਦੀ ਆਪਣੀ ਮਰਜ਼ੀ ਹੈ। ਪਰ ਗੁਰੂ ਘਰ ਦੇ ਅੰਦਰ ਇਹ ਰਵਾਇਤਾਂ ਨੇ। ਸਤਿਗੁਰਾਂ ਜੀ ਜਦੋਂ ਗੁਰਿਆਈ ਤਿਲਕ ਕਢਵਾਇਆ ਸੀਗਾ, ਮਸਤਕ ਦੇ ਉੱਤੇ ਤਿਲਕ ਦਿੱਤਾ ਸੀ, ਭਾਵੇਂ ਕਿ ਅੱਗੇ ਵੀ ਮੈਂ ਕਈ ਵਾਰੀ ਤਖ਼ਤ ਸਾਹਿਬ ਤੋਂ ਜ਼ਿਕਰ ਕੀਤਾ, ਪਰ ਵਿਸ਼ੇਸ਼ ਕਰਕੇ ਇਹ ਕਹਿੰਦੇ ਸੰਗਤਾਂ ਦੇ ਅੰਦਰ ਮੈਂ ਨੈਟ ਨਹੀਂ ਜ਼ਿਆਦਾ ਦੇਖਦਾ,
क्यों जे उधर नूं वेखीए तो उधर ही ध्यान लगा रहिंदा है। मैनूं दस्सिया ਸਿੰਘਾਂ ने ते कि ये तख्त साहिब बारे कोई इहो जिहियां गलत गल्लां कीतियां जा रहीआं। तो साध संगत जी, ਪਹਿਲਾਂ ਤਾਂ ਆਪ जी ये समझना कि तिलक क्यों लाया जाता है। ਜਿਹੜਾ तिलक है ना, ये जदों इस भारत वर्ष के अंदर भी ये पुरातनता जदों राजे राज गद्दी अगे दिंदे सीगे, वो गद्दी ते बैठे नूं तिलक लाउंदे सी, जां जदों युद्ध नूं कोई चढ़दा सी उहनूं विजय श्री दा जित दा तिलक लाउंदे सीगे। सतगुरां जी ने जिहड़ी मान मर्यादा नूं साध संगत जी तोरिया है, वो कदे भी मनमत नहीं हो सकती। गुरु महाराज सच्चे पातशाह जी ने गुरु अंगद साहब दे मस्तक ते तिलक कढ़ाया सच्चे पातशाह जी ने। फिर वो कहंदे जी हुण किहड़ा गुरियाई तख्त दिता जा रहा है। अकाली कौर सिंह जी ने लिखिया है कि ये सारा कुछ ही श्री अकाल तख्त साहब श्री हरमंदर साहब जी बरकरार सीगा, हुंदा सीगा, पर सब कुछ हुण नहीं उत्थे हुंदा। पर इस दी तिलक लाउण दी गवाही भाई गुरदास साहब जी ने अपनी वारां विच भी दित्ती है कि मत्था तिलक लाल लाए साध संगत चल जाए बहंदे। हुण भाई गुरदास साहब जी ने भी लिखिया, जरूर सतगुरां जी ने बाणी विच ये गल कही है कि कल्ला मस्तक ते तिलक ना लाया रह जावे, तुसीं भाई जस रूपी तिलक भी अपने मस्तक ते लाओ, गुरु साहब दा जस भी जरूर करो। ते फिर उथे तिलक ला के जिहड़े है साध संगत जी कोई मूर्ति पूजा तो नहीं ना करते, सतगुरां जी दे शब्द विच जुड़दे आ ना। भाई गुरदास जी ने कहा, मत्थे तिलक लाल लाए साध संगत चल जाए बहंदे। साध संगत विच ही चल करके जा करके बहंदे बहिंदे आ। ते जे तिलक लाउणा हिंदू मर्यादा ते फिर भाई गुरदास साहब जी ने, जिन्हां नूं असीं कहने आ भावें कि रिखी होए वेद व्यास जी बड़े महान, पर भाई गुरदास जी दी कोई रिखी भी किवें बराबरी कर सकदा, जिहड़े गुरु घर दे अनंत सिख ते ब्रह्म ज्ञानी है। ते साध संगत जी उन्हां ने ये जिन्हां दी बाणी नूं सतगुरां जी ने बाणी दी कुंजी किया है, जिन्हें आप ही प्रश्न कर लेना, आप ही उत्तर दे लेना है, उहदा साध संगत जी की है मन दी मनशा माड़ी है कि सिखां दे अंदर दुबदा पवे। कदाचित तो ये जानना नहीं चाहुंदे कि ये क्यों है, इहदा कारण की है, बस सिख संगतां दे अंदर दुबदा पाउणी चाहुंदे है। ते ये है साध संगत जी इस प्रकार तिलक बारे जो मैं आप जी नूं बेनती कीती है, जो सतगुरां जी ने ये सानू बख्शिशां कीतियां ने। ते ये जरूर है कि भावें इथों दे हजूरी ਸਿੰਘਾਂ नूं साध संगत जी ये है कि सतगुरां जी दी ये मर्यादा नूं जे वो कहण कि सानू जिहड़ा भावें इन्ना नहीं पता, पर असीं ये मर्यादा नहीं बदली ते नहीं बदलनी, क्योंकि जो सतगुरां जी दे तख्त ते सदियां तो इन बिन चलदा आ रहा है, उस नूं इन्हां ने साਂਭ के रखिया। ते बहुत ऐसे समय भी औखे आए जदों कि इत्थे जिहड़ा है तख्त साहिब दी मान मर्यादा नूं नाश करन लई बहुत ज़्यादा जिहड़ा सी शरारतियां वल्लों उपद्रव कीते गए, कई प्रकार दीयां मुहिमां चढ़ाईयां गईयां। उदों इन्हां दे पुरखियां ने इत्थे डट करके तख्त साहिब जी दी मान मर्यादा नूं कायम रखिया, अपनियां शहादतां तक दित्तियां, जिन्हां दे स्थान बाहर बने हुए आ साध संगत जी तख्त साहिब दे नेड़े। तो फिर आया होया दलां पंथां दी किन्नी ज़्यादा सेवा करदे है, बहुत भावना नाल गुरसिखां नूं जिहड़ा है प्यार करदियां होया उन्हां दी सेवा करदे है। सच्चे पातशाह जी महाराज जी दे इस पावन तख्त बारे ये जिहड़े भुलेखे है साध संगत जी संगत दे अंदर जिहड़े आ वो नहीं होने चाहिए। ते जिहड़ा फिर तीसरे नंबर ते बली दा जिक्र कीता सीगा, बली दी मर्यादा गुरु घर दे अंदर नहीं है। साध संगत जी जे वो जिहड़ा झटका कीता जांदा है, इहदा विस्तार बहुत है, पर मैं सूक्ष्म रूप च बेनती करांगा। खाना ना खाना एक वखरी गल है, पर जिहड़ा सतगुरां जी दे पावन तख्त ते जिहड़ा साध संगत जी तिलक दिता जांदा है ना, ये जिवें वेखो फौज हुंदी है, फौज दी कोई उहदी मर्यादा हुंदी है, उहदा कोई रहन सहन वखरा हुंदा है। जे कोई आम सधारण जन जीवन जिउंदा है, उहदा जन जीवन वखरा है। जिसने ये सतगुरां जी ने खालसा छतरी खालसा साजिया है, महाराज साहब जी ने दुष्टां दे नाश करन लई खालसा साजिया है। मैं
बहुत वारी अगे भी बेनती कीती है, जिहड़ा मनुख तुसी शस्त्र तां धारण कीते है पर जे उहदा प्रयोग नहीं जाणदे, ਉਹਨੂੰ ਚਲਾਉਣਾ नहीं जाणदे, जे चलाउणा भी सिख लिया तो सचमुच कदे लड़ के वेखिया ही नहीं, तो जे कदी इहो जी चीज़ वेखी नहीं ना, तो जदों खून की धारा वगदी है ना, फिर साध संगत जी जिहड़ा आम जिंदगी जीउण वाला ना, वो तो कई चकरा के डिग जाते हैं, कई बेहोश हो जाते हैं, कईयां नूं उल्टियां लग जांदियां हन। तो फिर महाराज खालसा यह जिहा साजिया बई तूं लड़ाई होई किसी नाल माड़ा जिहा, कईयां नूं तां उंगली च चीरा ही आवे ते तां गश पै जांदी है। तो ये प्रक्रिया है साध संगत जी। एडे शस्त्र हैं, उन्हां शस्त्रां दा प्रयोग की है? सच्चे पातशाह जी महाराज दे जदों दिन पुरब ते शस्त्र बाहर निकलते हैं ना महाराज दे कमर कस्से दे, उदों साध संगत जी ये दफ्तर वालों ही जिहड़ा है ना वो उस समय भेंट किया जाता है। तो बकायदा वो झटकई सिंह जिहड़ा है वो साध संगत जी मुलाजम है बोर्ड का, तो फिर वो सतगुरां जी के सामने ये जिहड़ा है साध संगत जी तखत के सामने वो बकरे का सिर जिहड़ा झटकिया जाता है, तो फिर उस दे खून का तिलक कई यूट्यूब ते पा पा के मैनू बहुत दिखाउंदे बाहर, ज्ञानी जी इदां हुंदा उत्थे। मैं कहा हुंदा क्यों नहीं हुंदा, कई वेखण ही आउंदे दूरों के असीं वेखीए जा करके। तो साध संगत जी ये कल्ली तख्त साहिब की मर्यादा नहीं है, सारे निहंग सिंघां दे दलां च जाके वेख लिओ, सब कुछ यही चलदा है। फिर वो सारे दल हिंदू हो गए, तख्त भी हिंदू हो गया, तो कहण वाला जिहड़ा है वो ही कल्ला सिख हो गया। तख्त साहिब जी की मर्यादा के उत्ते उंगल उठाउणी, भावें कि मैं फिर बेनती कर दियां कि इस मास का सेवन करना या ना करना एक अलहदा बात है, उहदे ते भी मैं बहुत समा जिहड़ा है वो निर्णय दे सकदा हाँ, पर समा नहीं इन्ना। तो साध संगत जी जे करके तुसी यही वेखण लई इत्थे आउणा है कि बकरा कित्थे वड्ढिया जांदा है, तो वो उत्थे किसी निहंग सिंघां दे दल च वेख लिया करो। तख्त साहिब ते एडी दूर तुहानूं टिकट खर्चण की की लोड़ है, उत्थां बहुत ज़्यादा चटंगे झटकदे आ वो भी उत्थे। तो ये वेखो पंथ दे अंदर दुविधा पाउण दा यतन करदे आ शरारती अंसर। मैं दल पंथ विच रिहा, निहंग सिंघां विच कोई इस गल की दुविधा नहीं। उदों भी साध संगत जी हुण ये चीज़ां जोर फड़दियां जा रही भावें कि जिहड़ा नहीं मास खांदा उहनूं कहंदे सिंह नहीं, जिहड़ा खांदा वो कहंदा यही सिंह है। इहो जिहियां पहलों कोई भी वखरेवा नहीं सी हुंदा दल पंथ दे अंदर। कई ऐसे ऐसे निहंग सिंह जिहड़े आप मास का सेवन नहीं सी करते पर चटंगा झटक दिंदे सी, बना दिंदे सीगे, पर आप सेवन नहीं सी करते। तो ये किसी अंदर भी कोई दुविधा नहीं सी, आपस दे अंदर बड़ा प्यार सीगा। तो ये साध संगत जी जदों चटंगा इत्थे झटकिया जांदा है ना, उसका जिहड़ा खून है वो तीर डबो करके जां इस प्रकार फिर शस्त्रां नूं जिहड़ा है वो साध संगत जी तिलक दिता जाता है। जदों सतगुरां जी का पुरब आउंदा है फिर कहंदे जी क्यों, आखिर क्यों जीव हत्या क्यों की जाती है। तो एक आया सी इत्थे वो कहंदा जी ये जीव हत्या है, तो वो सेवादार नाल बहुत बहसदा पिया सी। मैं उसनूं बेनती की बड़े प्रेम नाल कि भाई गुरमुखा तेरी उम्र वडेरी लगदी है, तो मैनूं लगदा तूं मूँह ते दाड़े नूं भी रंग लाया लगदा। कहंदा हाँ लाया है। मैं क्या तेरे कड़ा कित्थे, सरबलो दा सोने का कड़ा पाया सी, है नहीं सी पाया। मैं क्या लगदा तू कृपान भी नहीं पाई, कहंदा नहीं पाई। ते मैं क्या आज श्री मुखवाक जो आया गुरु साहब का सुनिया, कहंदा नहीं सुनिया। कथा होई, मैं क्या हुणे करके उतरिया कथा ते सुनी है कथा, कहंदा नहीं कथा नहीं सुनी। फिर एडी दूर की वेखण आया, ना गुरु जी का मुखवाक सुनिया ना सतगुरां जी की कथा सुनी है, फिर एडी दूर इहो वेखण वास्ते आए, दोख दृष्टि लैके आए। साध संगत जी श्रीमान संत ज्ञानी गुरबचन सिंह जी खालसा पिंडरां वाले महापुरख इत्थे महीनियां बद्धी रह के कथा करिया करदे। अज भी उन्हां दीयां टेप रिकार्डां विच तख्त साहिब दीयां पिछे आवाज़ां सुनाई दिंदियां। महापुरख इत्थे कथा करदे रहे अते साध संगत जी कथा करदियां महापुरखां ने बहुत इत्थे शैबरां लाईयां ते जिमें जिमें सिंह आउंदे सी नाल महापुरख कह दिंदे सी भाई कदे तख्त साहिब ते जाके दोख दृष्टि नाल नहीं तकना।
क्योंकि तुसीं उत्थे बाणी पढ़न लई, नाम जपण लई चले हो, सतगुरु गुरु गोबिंद सिंह सच्चे पातशाह जी महाराज दीयां खुशियां प्राप्त करनियां। ते जिहड़ी प्यार दी बात है ना, प्यार नाल साध संगत जी सारे ही मसले हल हो सकते हैं। वो भी मैं बेनती करदे हां, तख्त साहिब ते जिवें सतगुरु जी महाराज तखत ते बैठिया करदे सी ना, ते महाराज दे हस्त कमलां दे अंदर तीर हुंदा सीगा। ये आपां इतिहास सुणदे हां, सच्चे पातशाह जी महाराज अपने हस्त कमलों च खपरा तीर रखिया करते सी। जदों कोई वस्तु महाराज जी नूं भेंट करदा सी, हजूर तीर ला दिंदे सी, समझिया जांदा सी कि महाराज प्रवान कर लिया। इवें तख्त साहिब ते वो तीर होया करदा सी, ते आदि काल तो तीर ही लाउंदे सीगे। जिवें संत महापुरख इत्थे आउंदे सी कथा करन वास्ते, तो श्रीमान संत बाबा जोगिंदर सिंह जी मोनी जी, उन्होंने लम्मा समा तख्त साहिब की सेवा की है। महापुरखा एक बारी प्यार नाल आख्या कि महाराज पंथ की सारे की मर्यादा है कि किरपान नाल भोग लगता है, तुसीं इत्थे तीर नाल भोग लाउने हो, तो आपां किरपान नाल ना लाया करिए। बाबा जी कहन लगे मोनी जी कि महाराज इत्थे सिंह हजूरी खालसा बड़ा करारा है, धर तेज करारा, तो महाराज ये किवें करांगे। महापुरख कहन लगे जुगती कर लेने आपां, जिथे पिछों तीर ही रहन दी अगे किरपान दा फल ला लेने। ते साध संगत जी तुसीं होर किधरे नहीं वेखोगे, इत्थे हजूर साहब अगे किरपान दा फल वै, पिछे तीर दा फल वै। महापुरखां ने बेनती की। फिर श्री गुरु ग्रंथ साहब जी का छोटा स्वरूप अंदर तख्त साहब जी के उपर प्रकाशमान है। ये साध संगत जी जदों दिवाली का पुरब आउंदा है, उदों संगतां नूं दर्शन कराए जांदे आ। महापुरख इत्थे आए, मैनू जथेदार जी ने बचन सुनाया सीगा, मैनू बचन याद आ गया, प्रेम की बात कहन लगा। महापुरख किन्नी क मर्यादा रखते सी। श्रीमान संत ज्ञानी गुरबचन सिंह जी उन्हां दे किसी संगी साथी तो पुछ लैना, बहुत विवेक की मर्यादा रखते सी। बाबा जोगिंदर सिंह जी मोनी जी कहन लगे महाराज प्रशादा छकाउणा है। तो वो जदों प्रशादा वरजिया, एक सिंह अंदर गया कुछ लैण वास्ते, ते जिन्हां ने प्रशादा बीबी जी बना रहे सी माता जी, उन्होंने साड़ी लाई हुई सी। ते बाहर आके ना सिंह संतां नूं कहण लगा महाराज जिहड़ी बीबी प्रशादे बनाउंदी उन्हें तां साड़ी लाई है। संत कहंदे भाई प्रेम वेख, बाबा जोगिंदर सिंह जी मोनी किन्ने प्यार नाल प्रशादा छका रहे है। कहंदे भाई इत्थे प्रेम वेखो, किसी प्रकार कोई होर चीज़ ना वेखो। इन्ना प्रेम महापुरख करिया करदे। ते साध संगत जी इत्थों दे हजूरी सिंह आप हैड जथेदार बहुत महापुरखां दा प्यार जिहड़ा सी उन्हां दा सत्कार करिया करदे। फिर कहंदे जी इत्थों दे जथेदार नूं पहलों हैड पुजारी कहा जांदा सी। ठीक साध संगत जी कहा जांदा सी। समय नाल कई चीज़ां विच बदलाव आ जांदा है। जिवें अकाल तख्त साहिब नूं पहलां अकाल बुंगा कहा जांदा सी, हुण अकाल तख्त साहिब कहा जांदा है। ते हुण हैड जथेदार ही कहिंदे आ, क्योंकि शब्दां विच बदलाव आउंदा है। कदे इत्थे इन्नी ज़्यादा आवाजाई नहीं सी जदों हुंदी, क्योंकि आवाजाई दे साधन नहीं सी हुंदे। इन्ना जदों साध संगत जी कई शब्द जिहड़े सी उन्हां दे बोलण विच जरूर हेर फेर है, पर इहदा अर्थ ये ते नहीं कि भी तख्त साहिब एक हिंदू मंदिर की मर्यादा नूं प्रचलित करता है। तो मैं आप दे सामने ये शब्द रख रहा सामने जदों, क्योंकि करोड़ां ही श्रद्धालु इत्थे आउंदे आ, करोड़ां ही अरबां ही। किसी नूं मेरे कहण दी ये शब्दां दी जरूरत नहीं है, पर फिर भी क्योंकि शंका उठाउंदे है तो उस दे लई मैं कहना बेनती कर रहा। नहीं तो शब्द कोई कहण दी भी लोड़ नहीं, क्योंकि प्रतख नूं की प्रमाण है। सतगुरु जी का सामने जिथे तख्त अस्थान है उत्थे 4 शफेरे शस्त्र लिपटे हुंदे। फिर साध संगत जी तख्त साहिब तो अमृत वेले तो गुरबाणी दियां महकां उठण लग पैंदियां। एक रस गुरबाणी का कीर्तन आरंभ हुंदा है, सतगुरां जी दे श्री मुखवाक हुंदे है। एक रस महाराज सच्चे पातशाह जी की फिर बाणी की कथा हुंदी है। आसा दी वार दे भोग तो अरदासां होणियां। फिर महाराज जी नूं जिवें प्रतख रूप जान करके सतगुरां जी दे अगे नजराने भेंट होने, महाराज साहब जी वालों सरोपाओ होने आईयां संगतां गुरमुखां नूं। सतगुरां जी की फिर लड़ीवार गुरबाणी की आ समा जो कथा होनी, ते किवें प्यार नाल सारियां संगतां गुरसिख जिहड़े आ सतगुरु जी की धुर की बाणी की कथा सुनते हैं। फिर साध संगत जी
महाराज सच्चे पातशाह जी की जिमें रोज़ मर्यादा चलती है, कीर्तन हुंदा है, फिर महाराज जी नूं भोग लगता है, दोपहर के वक्त श्री दसम महाराज जी की कथा हुंदी है, तो फिर शाम नूं महाराज जी नूं भोग लगता है, इतिहास की कथा हुंदी है, शाम की सारी मर्यादा चल पैंदी है। फिर कहते जी आरतियां मंदिर विच हुंदियां, हरमंदर साहब नाल नहीं मर्यादा रलदी, हरमंदर साहब के अंदर भी आरती हुंदी है, पर उत्थे की है कि हुण थाली विच दीवे बाल के भावें आरती नहीं करते, पर साध संगत जी इत्थे उवें ही निहंग ਸਿੰਘਾਂ ਦੇ सारे दलों में उवें ही आरती हुंदी है जिवें इत्थे हुंदी है। इस प्रकार ये आरती दे उपर किसी प्रकार साध संगत जी कोई वखरेवा नहीं, शब्दां दा जाप जिहड़ा है उवें कीता जांदा है। फिर उन्हां दे मन दे कई इहो जे वलवले है कि ये मनमत है। साध संगत जी मनमत की है, गुरमत की है, कोई एक बंदा नहीं कह सकता। पंजां ही तख्तां दे जथेदार थापे हुए है, पंथ है मौजूद है, पंथ नूं अधिकार है सारे। सच्चे पातशाह जी महाराज दा जिहड़ा ये पंथ साजिया होया, जो मर्जी गुरमता कर सकता है, पर किसी एक नूं की हक है कि किसी पंथ दे तख्त दे मर्यादा दे उपर कोई किंतु परंतु करे। ते तख्त साहब दे उत्ते साध संगत जी मैं पूछना चाहुंदा है कि किस मंदिर दे अंदर गुरबाणी की लड़ीवार कथा हुंदी है? श्री दसम की कथा हुंदी है। श्री दसम की कथा सारे गुरु घरां च होया करदी सीगी दोपहर दे वक्त, पर वो हटा दिती गई। सिंह सभा लहर तो बाद ये सब कुछ बदलाव आया है, पर तख्त साहब ते पुरातन मर्यादा जिहड़ी है साध संगत जी तिवें ही इन बिन गुरु महाराज की बाणी की लड़ीवार कथा हुंदी है, श्री दसम बाणी की कथा हुंदी है, इतिहास की कथा हुंदी है। इवें ही सारा कुछ एक रस चलता आ रहा है। तो किसी प्रकार मन के अंदर साध संगत जी जिहड़ी है दुविधा है ना, ये तुहानूं नहीं रखनी चाहिए किसी नूं, क्योंकि संगतां दे अंदर है नहीं कोई जिहड़ा नहीं जानदा ना, नहीं जिन्हों पता, वो साध संगत जी जरूर इन्हां दीयां गल्लां दा शिकार हो जाता है। तो सच्चे पातशाह जी महाराज कृपा करन। दूसरा ये है कि जिहड़ा जिथों ये गल ज़्यादा जोर फड़ी है कि जी हजूर साहब तो कोरोना वायरस के पीड़ित जिहड़े वो आए तो पकड़े गए है, तो वो इत्थे पाए गए है पीड़ित। तकरीबन साध संगत जी जदों ये देश के बंद होने की बाबत ऐलान किया गया, सारा ही देश बंद होया, तो इत्थे गुरु घर के अंदर भी तकरीबन जिहड़ा है वो नगर निवासी संगतां आउंदियां सी, जिहड़ियां संगतां इत्थे रहिंदियां सी उन्हां नूं अंदर ही रहण नूं कमरे दिते गए, ते 1.5 महीना तकरीबन इत्थे सारियां संगतां रहियां ने। ते जिहड़े इहदे लक्षणां दी बाबत दसदे कहंदे जे किसे नूं होवे ते ओह 14 दिन जां वध तों वध 21 दिन विच ओहदे लक्षण प्रगट हो जांदे आ। 1.5 महीना किसे नूं कुछ भी इत्थे नहीं होया, तो फिर ये किवें कोई दावा कर सकदा है कि हजूर साहब तो ही ये जिहड़ा है वो लै करके गए है? तो जवाब तो इस गल का दिता सीगा, पर उन्होंने फिरका परस्ती नाल जोड़ करके इसका साध संगत जी अगों उत्तर दिता। ते जदों वेखो इत्थों गई भी है संगत, पहला तो आपां संगतां नूं ही बेनती कीती सी कि घर दा मोह ना करो, होर 15 दिन इत्थे ही टिक जो, सब टिक टिका हो जाएगा। पर उन्हां नूं भी काहली सी कि चलो गृहस्थी है घर जाना, पर हुण भी किहड़ा उन्हां घर जाण दिता। उत्थे राह च ही किते पता नहीं कित्थे हुण दसदे सीगे सिंह, कहंदे भी कमरे भी चंगे नहीं, मच्छर लड़ाउंदे आ जां पानी भी नहाउण नूं नहीं। इत्थे तां किन्नियां लहरां बहरां सी। तख्त साहब जी ते रोज़ हाज़री भरनी, कड़ा प्रसाद दीआं देगां छकणीਆਂ, लंगर छकण नूं, ते उधर कार सेवा वाले महापुरख सारा ही वेखो किड्डा ख्याल रखदे सीगे। ते हुण उत्थे उन्हां नूं भावें घर तां जाण नहीं दिता है, तो फिर भी 14-15 दिन बीत जाण तो चलो उन्होंने इजाजत मिल ही जाएगी। पर यह कोई दावे नाल की कह सकता है कि हजूर साहब तो ही वायरस फैलिया है? ये गल्लां कहणियां जिहड़ियां ना वो साध संगत जी बिल्कुल गलत हैं। तो शरारती अंसर जिहड़े आ ना वो इन्हां गल्लां नूं बढ़ावा दिंदे आ। ते इस दे जिहड़े वजों सिख जिहड़े उन्होंने ये जरूर कुछ कहा है गुरमुखां ने कि भई हजूर साहब तो आई संगत नूं तां वायरस चिंबड़ गया, ते माफ़ करना जिहड़े इस देश दे कई लीडर मशालां जगा के ते इकट्ठे हो करके कह रहे सी कोरोना वायरस गो। इस तरह मैनू दसो कि किसी तुसी पश्चिमी देश दे ही किसी बंदे नूं पुछ लो कि भई वायरस इदां चले जांदा?
ਤੇ ਉਹਨਾਂ ਨੂੰ ਕਿਉਂ ਨਹੀਂ ਕਿਸੇ ਪ੍ਰਕਾਰ ਸਰਕਾਰ ਨੇ ਨੱਥ ਪਾਈ ਵੀ ਤੁਸੀਂ ਇਕੱਠੇ ਹੋ ਕਰਕੇ ਇਹੋ ਕੁਝ ਦੇ ਡਰਾਮੇ ਕਰ ਰਹੇ ਆ। ਇਹ ਸਾਧ ਸੰਗਤ ਜੀ ਵੇਖੋ ਕਿੱਡੀਆਂ ਹਾਸੋਹੀਣੀਆਂ ਗੱਲਾਂ ਨੇ। ਇਹ ਆਪ ਤੇ ਇਹਨਾਂ ਦੀ ਸੋਚ ਜਿਹੜੀ ਆ ਉਹ ਕਿੱਥੇ ਖਲੋਤੀ ਹੋਈ ਹੈ, ਤੇ ਦੂਸ਼ਣਬਾਜ਼ੀ ਜਿਹੜੀ ਆ ਗੁਰੂ ਘਰ ਤੇ ਕਰਦੇ ਆ। ਉਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਇਹ ਫਿਰ ਵੀ ਮੈਂ ਇਹੀ ਬੇਨਤੀ ਕੀਤੀ ਹੈ ਕਿ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਕਰਦੇ ਆ ਉਹਨਾਂ ਨੂੰ ਸੰਬੋਧਨ ਹੋ ਕੇ ਆਪਾਂ ਨਹੀਂ ਕਿਹਾ, ਆਪਾਂ ਸੰਗਤਾਂ ਨੂੰ ਸੰਬੋਧਨ ਹੋ ਕਰਕੇ ਕਿਹਾ ਕਿ ਭਾਈ ਕਿਸੇ ਦੇ ਮਨ 'ਚ ਕੋਈ ਸ਼ੰਕਾ ਨਾ ਆਵੇ, ਕਿਉਂਕਿ ਜਿਹੜੇ ਇਹੋ ਜਿਹੇ ਲੋਕ ਆ ਨਾ ਉਹਨਾਂ ਨੂੰ ਸੱਭਿਅਕ ਭਾਸ਼ਾ ਦੇ ਨਾਲ ਨਹੀਂ ਜਿਹੜਾ ਹੈ ਉਹ ਦੱਸਿਆ ਜਾ ਸਕਦਾ, ਤੇ ਵਿਦਵਾਨਾਂ ਦੀ ਸੱਭਿਅਕ ਭਾਸ਼ਾ ਹੀ ਹੁੰਦੀ ਹੈ। ਜੇ ਕੋਈ ਅਸੱਭਿਅਕ ਭਾਸ਼ਾ ਵਾਲਾ ਮਿਲੇ ਨਾ ਫੇਰ ਹੀ ਉਹਨਾਂ ਨੂੰ ਸਮਝ ਪੈਂਦੀ, ਕਿਉਂਕਿ ਮਹਾਰਾਜ ਆਖਿਆ ਮੂਰਖ ਗੰਢ ਪਵੈ ਮੋਹਿ ਮਾਰ। ਇਸ ਤਰ੍ਹਾਂ ਸਾਧ ਸੰਗਤ ਜੀ ਕੀ ਹੈ ਕਿ ਮੂਰਖ ਨੂੰ ਫਿਰ ਬੜੀ ਛੇਤੀ ਨਾਲ ਸਮਝ ਲੱਗ ਜਾਂਦੀ ਹੈ, ਸਾਰੀ ਅਕਲ ਆ ਜਾਂਦੀ ਹੈ। ਤੋ ਸਤਿਗੁਰੂ ਜੀ ਦੇ ਪਾਵਨ ਸਥਾਨ ਬਾਰੇ ਬਹੁਤ ਕੁਝ ਹੋਰ ਵੀ ਕਿਹਾ ਜਾਂਦਾ ਹੈ, ਤੇ ਜੇ ਕਿਸੇ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਸ਼ੰਕਾ ਹੋਵੇ ਤੋ ਸਾਧ ਸੰਗਤ ਜੀ ਇੱਥੇ ਆ ਕਰਕੇ ਆਪ ਵੇਖ ਸਕਦਾ ਕਿ ਇੱਥੇ ਕੀ ਮਾਣ ਮਰਿਆਦਾ ਚੱਲਦੀ ਹੈ, ਕਿਵੇਂ ਸਤਿਗੁਰਾਂ ਜੀ ਦੀ ਬਾਣੀ ਦੇ ਪ੍ਰਵਾਹ ਚੱਲਦੇ ਹੈ, ਕਥਾ ਕੀਰਤਨ ਹੁੰਦੇ ਹੈ, ਸਤਿਗੁਰਾਂ ਜੀ ਦੇ ਪਾਵਨ ਸ਼ਸਤਰ ਅੰਦਰ ਕਿਵੇਂ ਉਹਨਾਂ ਦੀ ਸੇਵਾ ਹੁੰਦੀ ਹੈ। ਦੋ ਮੁੱਖ ਸਾਧ ਸੰਗਤ ਜੀ ਇੱਥੇ ਜਿਹੜੀਆਂ ਨਾ ਉਹ ਸ਼ਕਤੀਆਂ, ਇੱਕ ਤਾਂ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ, ਗੁਰੂ ਮਹਾਰਾਜ ਦੀ ਧੁਰ ਕੀ ਬਾਣੀ ਤੇ ਸ੍ਰੀ ਦਸਮ ਮਹਾਰਾਜ ਦੀ ਬਾਣੀ, ਤੇ ਦੂਸਰੀ ਸ਼ਸਤਰ ਪੂਜਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਵਿਰਸਾ ਮਹਾਰਾਜ ਬਖਸ਼ਿਆ ਹੋਇਆ ਹੈ, ਤੇ ਗੁਰਸਿੱਖਾਂ ਨੇ ਇਹ ਸੰਭਾਲਿਆ ਹੋਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਿਰਸਾ। ਤੇ ਹਜੂਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਨੂੰ ਕੀ ਦਿੱਤਾ ਸੀ, ਬਖਸ਼ਿਸ਼ ਕੀ ਕੀਤੀ ਸੀ। ਜਦੋਂ ਇੱਥੇ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ ਤੇ ਹਜੂਰ ਨੇ ਇਹੀ ਦੋ ਬਚਨ ਕਹੇ ਸੀ, ਖਾਲਸਾ ਜੀ ਮੇਰੇ ਇਹ ਦੋ ਬਚਨ ਚੇਤੇ ਰੱਖਿਓ, ਇੱਕ ਤਾਂ ਸ਼ਸਤਰ ਵਿਦਿਆ ਨੂੰ ਨਾ ਵਿਸਾਰਿਓ, ਇੱਕ ਕਦੇ ਗੁਰਬਾਣੀ ਤੇ ਗੁਰਮੰਤਰ ਨਾ ਵਿਸਾਰਿਓ, ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ। ਇਹ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਸੀ, ਤੇ ਮਹਾਰਾਜ ਜੀ ਨੇ ਨਾ ਜਿਹੜਾ ਕਰਾਰਾ ਤੇਜ ਧਰਿਆ ਹੈ ਉਹ ਸਾਧ ਸੰਗਤ ਜੀ ਆਪਣੀ ਬਾਣੀ ਦੁਆਰਾ ਤੇ ਸ਼ਸਤਰਾਂ ਦੁਆਰਾ ਹੀ ਖਾਲਸੇ ਦੇ ਅੰਦਰ ਧਰਨਾ ਕੀਤਾ ਹੈ। ਤੋ ਕਈ ਪ੍ਰਕਾਰ ਦੀਆਂ ਸਾਧ ਸੰਗਤ ਜੀ ਮਾੜੀਆਂ ਗੱਲਾਂ ਵੀ ਕੱਢ ਕੇ ਪੇਸ਼ ਕਰਦੇ ਹੈ। ਮੈਂ ਇਹ ਬੇਨਤੀ ਕਰਾਂ ਕਿ ਸਾਰੀਆਂ ਥਾਵਾਂ ਤੇ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ। ਕਿਸੇ ਸਮਾਜ ਵਿੱਚ, ਕਿਸੇ ਕੌਮ ਵਿੱਚ, ਕਿਸੇ ਜਗ੍ਹਾ ਤੇ ਸਾਰੇ ਹੀ ਮਾੜੇ ਨਹੀਂ ਹੁੰਦੇ। ਹਾਂ, ਸਾਰੀਆਂ ਥਾਵਾਂ ਤੇ ਕੁਝ ਮਾੜੇ ਅਨਸਰ ਵੀ ਹੁੰਦੇ ਹੈ। ਇਸ ਕਰਕੇ ਇਹਦਾ ਅਰਥ ਨਹੀਂ ਹੁੰਦਾ ਕਿ ਸਾਰੇ ਹੀ ਮਾੜੇ ਹੋ ਗਏ। ਤੋ ਕਿਸੇ ਪ੍ਰਕਾਰ ਕੋਈ ਭੁਲੇਖੇ ਦਾ ਸੰਗਤਾਂ ਨੂੰ ਸ਼ਿਕਾਰ ਨਹੀਂ ਹੋਣਾ ਚਾਹੀਦਾ। ਤੋ ਸਾਧ ਸੰਗਤ ਜੀ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਤਖਤ ਬਾਰੇ ਇੱਕ ਉਹ ਪਤਾ ਨਹੀਂ ਕੌਣ ਸੀ, ਉਹ ਕਾਲੇ ਕੱਪੜੇ ਉਹਨੇ, ਉਹ ਪ੍ਰੋਫੈਸਰ ਸਾਹਿਬ ਦਰਸ਼ਨ ਸਿੰਘ, ਉਹਨੇ ਕਾਲੇ ਕੱਪੜੇ ਪਾਉਣੇ ਸ਼ੁਰੂ ਕਰਤੇ ਸੀ ਕਿ ਜਿੰਨਾ ਚਿਰ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਨਾ ਆਖੇ ਚੁੱਕਿਆ ਜਾਂਦਾ ਉਹਨਾਂ ਚਿਰ ਮੈਂ ਕੱਪੜੇ ਨਹੀਂ ਦੂਜੇ ਪਾਉਣੇ। ਤੇ ਨਾ ਪਾ ਭਾਈ, ਇੱਥੇ ਕਿਹੜਾ ਕਿਸੇ ਨੇ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹਨੋਂ ਹਟ ਜਾਣਾ। ਤੇ ਇਹ ਇਹੋ ਜੀਆਂ ਉਹ ਵੇਖੋ ਇਹੋ ਜਿਹੇ ਵੀ ਕਿੱਧਰ ਰੁਲ ਰਲ ਗਏ, ਚਲੇ ਗਏ। ਤੇ ਇਸ ਤਰ੍ਹਾਂ ਹੀ ਹਾਥੀ ਆਪਣੀ ਚਾਲ ਨਹੀਂ ਬਦਲਦੇ ਹੁੰਦੇ। ਇਹਨਾਂ ਸਾਧ ਸੰਗਤ ਜੀ ਰੁਲ ਖੱਪ ਜਾਣਾ। ਸਦੀਆਂ ਤੋਂ ਮਹਾਰਾਜ ਜੀ ਦਾ ਤਖਤ ਇਵੇਂ ਹੀ ਮਹਾਰਾਜ ਦਾ ਪਵਿੱਤਰ ਤਖਤ ਮਹਿਕਾਂ ਵੰਡਦਾ ਆ ਰਿਹਾ ਗੁਰਬਾਣੀ ਦੀਆਂ। ਸਦਾ ਹੀ ਇਹ ਤਖਤ ਸਲਾਮਤ ਨੇ। ਸਤਿਗੁਰੂ ਜੀ ਦਾ ਪਵਿੱਤਰ ਅਸਥਾਨ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਤੇ ਸੁਣਨ ਵਾਲੇ ਕਈ ਗੁਰਸਿੱਖਾਂ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਇਉਂ ਬੋਲਤਾ, ਇਉਂ ਕਹਿਤਾ, ਕੀ ਇਹ ਕਿਸੇ ਕਹਿਣ ਦੇ ਨਾਲ ਕੀ ਹੁੰਦਾ ਹੈ। ਟਟਿਉਲੀ ਜੇ ਆਕਾਸ਼ ਵੱਲ ਨੂੰ ਪੈਰ ਕਰਕੇ ਕਹੇ ਆਕਾਸ਼ ਮੈਂ ਹੀ ਥੰਮਿਆ, ਆਕਾਸ਼ ਹੁਣ ਥੋੜਾ ਥੰਮਿਆ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਦਾ ਘਰ ਹੈ, ਵਿਲੱਖਣ ਹੈ। ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਅਸੀਂ ਦ੍ਰਿੜਤਾ ਨਾਲ ਹਜ਼ੂਰ ਦਾ ਉਪਦੇਸ਼ ਕਮਾਈਏ, ਸਤਿਗੁਰਾਂ ਦੀ ਸਿੱਖਿਆ ਨੂੰ ਕਮਾਈਏ।